ਨਾਨਕ ਸਿੰਘ ਦਾ ਨਾਵਲ ਧੁੰਦਲੇ ਪਰਛਾਵੇਂ ਦਾ 11ਵਾਂ ਅੰਗ। ਸੁਭੱਦਰਾ ਦੇ ਕਮਰੇ ਦੇ ਨਾਲ ਲੱਗਦਾ ਇੱਕ ਹੋਰ ਕਮਰਾ ਸੀ ਜਿਸ ਵੱਲ ਹੁਣ ਤੱਕ ਉਹਦਾ ਖਿਆਲ ਹੀ ਨਹੀਂ ਸੀ ਗਿਆ। ਸ਼ਾਇਦ ਇਹ ਤੋਂ ਪਹਿਲਾਂ ਉਹ ਬੰਦ ਰਹਿੰਦਾ ਸੀ, ਪਰ ਅੱਜ ਜਦ ਦੁਪਹਿਰਾਂ ਵੇਲੇ ਉਹਨੂੰ ਗੋਮਤੀ ਰੋਟੀ ਖਵਾ ਕੇ ਚਲੀ ਗਈ ਤੇ ਉਸੇ ਸ਼ਰਬਤ ਦਾ ਇੱਕ ਛੋਟਾ ਗਲਾਸ ਪੀਣ ਤੋਂ ਬਾਅਦ ਕਮਰੇ 'ਚ ਚਹਿਲਕਦਮੀ ਕਰ ਰਹੀ ਸੀ, ਅਚਾਨਕ ਉਹਦਾ ਧਿਆਨ ਉਸ ਦੂਸਰੇ ਕਮਰੇ ਦੇ ਖੁੱਲ੍ਹੇ ਹੋਏ ਬੂਹੇ ਵੱਲ ਪਿਆ। ਉਹ ਰਵਾਂ ਰਵੀ ਉਹਦੇ ਅੰਦਰ ਜਾ ਵੜੀ। ਕਮਰੇ ਦੀ ਸਜਾਵਟ ਵੇਖਦਿਆਂ ਉਹਦੀਆਂ ਅੱਖਾਂ ਜਿਵੇਂ ਚੁੰਧਿਆ ਆ ਗਈਆਂ। ਇਹ ਕਮਰਾ ਇਸ ਪਹਿਲੇ ਕਮਰੇ ਨਾਲੋਂ ਵੀ ਵਧੇਕ ਸਜਿਆ ਸਵਾਰਿਆ ਹੋਇਆ ਸੀ। ਇਹਦੀ ਸਜਾਵਟ ਕੁਝ ਹੋਰ ਤਰ੍ਹਾਂ ਦੀ ਸੀ। ਸਾਰੀਆਂ ਕੰਧਾਂ ਤਸਵੀਰਾਂ ਨਾਲ ਭਰੀਆਂ ਹੋਈਆਂ, ਹਰ ਇੱਕ ਤਸਵੀਰ ਨਗਨਤਾ ਦਾ ਨਮੂਨਾ। ਇਹਨਾਂ 'ਚ ਬਹੁਤ ਸਾਰੇ ਐਸੇ ਜੋੜਿਆਂ ਦੀਆਂ ਤਸਵੀਰਾਂ ਸੀ ਜਿਹੜੇ ਇਖਲਾਕ ਛੱਡ ਕੇ ਮਨੁੱਖਪਣੇ ਦੀ ਹੱਦ ਨੂੰ ਟੱਪਦੇ ਦਿਖਾਈ ਦੇ ਰਹੇ ਸੀ। ਪਹਿਲਾਂ ਤਾਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਸੁਭੱਦਰਾ ਨੂੰ ਬੜੀ ਗਿਲਾਨੀ ਆਈ, ਪਰ ਹੌਲੀ-ਹੌਲੀ ਜਿਉਂ-ਜਿਉਂ ਉਹਦੇ ਸਰੀਰ 'ਚ ਸ਼ਰਬਤ ਦਾ ਅਸਰ ਹੋਣ ਲੱਗਾ, ਨਾਲ ਹੀ ਬੀਤੀ ਰਾਤ ਵਾਲੀ ਉਹ ਗੋਮਤੀ ਤੇ ਉਸਦੇ ਪ੍ਰੇਮੀ ਦੀ ਲੀਲਾ ਦਾ ਖਿਆਲ ਆਉਣ ਲੱਗਾ, ਉਹਦੀ ਗਿਲਾਨੀ ਸਹਿਜੇ ਹੀ ਦੂਰ ਹੋ ਗਈ। ਸਗੋਂ ਇਹਨਾਂ ਦੇ ਵੇਖਣ ਦੀ ਲਾਲਸਾ ਉਹਦੇ ਦਿਲ 'ਚ ਹੋਰ ਵੱਧ ਗਈ। ਪਹਿਲਾਂ ਤਾਂ ਉਹ ਸਰਸਰੀ ਨਜ਼ਰ ਨਾਲ ਸਭ ਤਸਵੀਰਾਂ ਨੂੰ ਵੇਖਦੀ ਗਈ। ਹੌਲੀ-ਹੌਲੀ ਉਹਦੀ ਦਿਲਚਸਪੀ ਇੰਨੀ ਵਧੀ, ਇੱਕ-ਇੱਕ ਤਸਵੀਰ ਨੂੰ ਬੜੇ ਡੂੰਘੇ ਧਿਆਨ ਨਾਲ ਵੇਖਣ ਲੱਗੀ। ਜਦੋਂ ਸਾਰੀਆਂ ਤਸਵੀਰਾਂ ਖਤਮ ਹੋ ਗਈਆਂ, ਕਮਰੇ 'ਚ ਫਿਰਦੀ ਉਹ ਕੁਝ ਥੱਕ ਗਈ। ਛੇਤੀ ਨਾਲ ਆਪਣੇ ਕਮਰੇ ਜਾ ਕੇ ਸ਼ਰਬਤ ਦਾ ਗਲਾਸ ਉਹਨੇ ਹੋਰ ਪੀਤਾ, ਪਲੰਗ 'ਤੇ ਲੇਟ ਗਈ। ਪਰ ਉਹਦਾ ਧਿਆਨ ਬਰਾਬਰ ਉਸ ਨਾਲ ਦੇ ਕਮਰੇ 'ਚ ਸੀ, ਜਿਵੇਂ ਅਜੇ ਤੱਕ ਉਸੇ ਕਮਰੇ 'ਚ ਫਿਰਦੀ ਹੋਈ ਤਸਵੀਰਾਂ ਵੇਖ ਰਹੀ ਸੀ। ਅੱਬੜਵਾਈ ਉਹ ਮੰਜੇ ਤੋਂ ਉਤਰੀ, ਮੁੜ ਉਸੇ ਕਮਰੇ 'ਚ ਜਾ ਵੜੀ। ਜਦ ਦੂਜੀ ਵਾਰ ਫੇਰ ਉਹਨੇ ਸਾਰੀਆਂ ਤਸਵੀਰਾਂ ਵੇਖ ਲਈਆਂ, ਕਮਰੇ ਦੇ ਵਿਚਕਾਰ ਡੱਠੀ ਕੁਰਸੀ 'ਤੇ ਲੇਟ ਗਈ। ਅੱਖਾਂ ਉਹਨੇ ਬੰਦ ਕਰ ਲਈਆਂ। ਗੋਮਤੀ ਤੇ ਉਹਦਾ ਉਹ ਖੰਘ ਤਾਪੀਆ ਜਿਹਾ ਪ੍ਰੇਮੀ ਉਹਦੀਆਂ ਅੱਖਾਂ ਸਾਹਮਣੇ ਸੀ। ਉਹਨੇ ਬੜੀ ਕੋਸ਼ਿਸ਼ ਕੀਤੀ ਵੀ ਉਹ ਗੰਦਾ ਤੇ ਬੇਹੁਦਾ ਦ੍ਰਿਸ਼ ਉਹਦੀਆਂ ਅੱਖਾਂ ਅੱਗੋਂ ਦੂਰ ਹੋ ਜਾਏ, ਪਰ ਉਹ ਕਾਮਯਾਬ ਨਾ ਹੋ ਸਕੀ। ਚੋਖਾ ਚਿਰ ਪਈ ਰਹਿਣ ਤੋਂ ਬਾਅਦ ਉਹ ਸਿੱਧੀ ਹੋ ਕੇ ਬੈਠ ਗਈ। ਕੁਰਸੀ ਦੇ ਸਾਹਮਣੇ ਚਿੱਟੇ ਪੱਥਰ ਦੀ ਇੱਕ ਛੋਟੀ ਜਿਹੀ ਮੇਜ਼ ਸੀ, ਜਿਸ ਉੱਤੇ ਕਈ ਛੋਟੀਆਂ-ਮੋਟੀਆਂ ਕਿਤਾਬਾਂ ਖਿਲ ਰਹੀਆਂ ਸਨ। ਬੇਲੋੜੇ ਦਿਲ ਦੀ ਕੁਝ ਬੇਚੈਨੀ ਜਿਹੀ ਨੂੰ ਦੂਰ ਕਰਨ ਦੇ ਖਿਆਲ ਨਾਲ ਉਹਨੇ ਹੱਥ ਵਧਾ ਕੇ ਐਵੇਂ ਇੱਕ ਕਿਤਾਬ ਫੜ ਲਈ ਤੇ ਬੇਦਿਲੀ ਜਿਹੀ ਉਹਨੂੰ ਫੋਲਣ ਲੱਗੀ। ਜਿਉਂ ਹੀ ਜਿਲਦ ਚੁੱਕਣ ਤੋਂ ਬਾਅਦ ਪਹਿਲੇ ਵਰਕੇ ਉੱਤੇ ਉਹਦੀ ਨਜ਼ਰ ਪਈ, ਸੁਭੱਦਰਾ ਦੀ ਦਿਲਚਸਪੀ ਇੱਕਦਮ ਜਾਗ ਉੱਠੀ। ਥੋੜ੍ਹੀ ਜਿਹੀ ਗਾਂਹ ਝੁਕ ਗਈ। ਤਸਵੀਰ ਇੱਕ ਨੰਗੇ ਜੋੜੇ ਦੀ ਸੀ, ਫ੍ਰੈਂਚ ਆਰਟ ਦਾ ਘਿਰਨਤ ਨਮੂਨਾ। ਇਸ ਤੋਂ ਬਾਅਦ ਸੁਭੱਦਰਾ ਬੜੇ ਗੌਹ ਤੇ ਠਰਮੇ ਨਾਲ ਵਰਕੇ ਫੋਲੀ ਜਾਂਦੀ। ਸਭ ਤਸਵੀਰਾਂ ਇੱਕ ਤੋਂ ਇੱਕ ਵੱਧ ਕੇ ਬੇਸ਼ਰਮੀ ਭਰੀਆਂ। ਕਿਤਾਬ ਖਤਮ ਕਰਨ ਤੋਂ ਬਾਅਦ ਉਹਨੇ ਦੂਜੀ ਚੱਕੀ, ਫਿਰ ਤੀਜੀ। ਸਾਰੀਆਂ ਕਿਤਾਬਾਂ 'ਚ ਇਹੋ ਕੁਝ ਭਰਿਆ ਪਿਆ ਸੀ। ਮੇਜ਼ ਦੀ ਦਰਾਜ਼ ਖੋਲ੍ਹਣ 'ਤੇ ਉਹਨੇ ਕਈ ਥੱਬੀਆਂ ਕਾਰਡਾਂ ਦੀਆਂ ਵੇਖੀਆਂ, ਇਹਨਾਂ 'ਚ ਵੀ ਉਹੀ ਗੰਧ। 2-2.5 ਘੰਟੇ ਸੁਭੱਦਰਾ ਨੇ ਇਸੇ ਸ਼ੁਗਲ 'ਚ ਬਿਤਾ ਦਿੱਤੇ। ਵਿੱਚ ਉਹ ਆਪਣੇ ਕਮਰੇ 'ਚ ਜਾ ਕੇ ਸ਼ਰਬਤ ਦੀ ਛੋਟੀ ਗਲਾਸੀ ਪੀ ਆਉਂਦੀ। ਅਖੀਰ ਉਹ ਇਹਨਾਂ ਤਸਵੀਰਾਂ 'ਚ ਇੰਨੀ ਲੀਨ ਹੋ ਗਈ, ਮਾਨੋ ਆਪ ਵੀ ਇਹਨਾਂ 'ਚੋਂ ਇੱਕ ਤਸਵੀਰ ਬਣੀ ਸੀ। ਉਹਨੂੰ ਖਬਰ ਤੱਕ ਨਹੀਂ ਸੀ ਕਿ ਕਿਹੜੇ ਵੇਲੇ ਤੋਂ ਇੱਕ ਜੋੜੇ ਦੀ ਜਿਉਂਦੀ ਤਸਵੀਰ ਉਹਦੇ ਪਿੱਛੇ ਖੜੀ ਸੀ। ਅਚਾਨਕ ਜਦ ਉਹਨੂੰ ਕਿਸੇ ਨੇ ਕਹਿਕਾ ਮਾਰ ਕੇ ਹੱਸਣ ਦੀ ਆਵਾਜ਼ ਸੁਣਾਈ ਦਿੱਤੀ, ਹਥਲੇ ਕਾਰਡਾਂ ਨੂੰ ਇੱਕਦਮ ਮੇਜ਼ 'ਤੇ ਰੱਖ ਕੇ ਪਿਛਾਂਹ ਤੱਕੀ। ਨਸੀਮ ਉਹਦਾ ਮੋਢਾ ਫੜੀ ਮੁਸਕਰਾ ਰਹੀ ਸੀ ਤੇ ਉਹਦੇ ਨਾਲ ਖੜੋਤਾ ਇੱਕ ਗੱਭਰੂ ਬੜੀ ਸਿੱਕ ਭਰੀ ਨਜ਼ਰ ਨਾਲ ਸੁਭੱਦਰਾ ਦੀ ਸੁੰਦਰਤਾ ਵੱਲ ਘੂਰ ਰਿਹਾ ਸੀ, ਜਿਵੇਂ ਇੱਕੋ ਡੀਕ ਨਾਲ ਉਹਨੂੰ ਪੀ ਜਾਣਾ ਚਾਹੁੰਦਾ। ਉਹ ਫੜ ਲਿਆ ਚੋਰ ਨੂੰ। ਆਪਣੇ ਪਾਨ ਰੰਗੇ ਬੁੱਲ੍ਹਾਂ 'ਚੋਂ ਮੁਸਕਰਾਉਂਦੀ ਹੋਈ ਨਸੀਮ ਬੋਲੀ, ਬਗਾਨੇ ਕਮਰੇ 'ਚ ਡਾਕਾ ਜਨੀ ਕਰਨੀ ਕੀ ਸ਼ਰੀਫ ਔਰਤਾਂ ਦਾ ਕੰਮ ਹੈ? ਸੁਭੱਦਰਾ ਪਹਿਲਾਂ ਕੁਝ ਝਕੀ, ਪਰ ਨਸੀਮ ਦੇ ਚਿਹਰੇ 'ਤੇ ਉਦਾਰ ਭਾਵ ਵੇਖ ਕੇ ਬੋਲੀ, ਇਹ ਤੇਰਾ ਕਮਰਾ ਹੈ? ਜੀ ਹਾਂ, ਮੇਰਾ, ਕਹਿ ਕੇ ਨਸੀਮ ਕੁਰਸੀ ਦੀ ਸੱਜੀ ਬਾਂਹ 'ਤੇ ਬੈਠ ਗਈ। ਕਿਉਂ, ਪਸੰਦ ਆਈਆਂ ਤਸਵੀਰਾਂ? ਹਾਂ ਜਾਂ ਨਾ, ਇਹਨਾਂ ਦੋਹਾਂ 'ਚੋਂ ਸੁਭੱਦਰਾ ਝਟਪਟ ਕੋਈ ਵੀ ਨਾ ਕਹਿ ਸਕੀ, ਪਰ ਨਸੀਮ ਸਮਝ ਗਈ ਸੁਭੱਦਰਾ ਦਾ ਉੱਤਰ ਹਾਂ ਤੋਂ ਛੁੱਟ ਹੋਰ ਕੁਝ ਨਹੀਂ ਹੋ ਸਕਦਾ। ਨਸੀਮ ਦਾ ਸਾਥੀ ਅਜੇ ਤੀਕ ਖੜਾ ਸੀ। ਉਸ ਵੱਲ ਜਿਵੇਂ ਅਚਾਨਕ ਚੱਕੀ ਵੇਖ ਕੇ ਨਸੀਮ ਬੋਲੀ, ਓਹੋ, ਤੁਸੀਂ ਅਜੇ ਤੱਕ ਖੜੇ ਹੋ? ਬੈਠ ਜਾਓ ਨਾ ਉਹ ਕੁਰਸੀ 'ਤੇ। ਇਹ ਕੱਦ ਖੜ ਉਮਰ ਦਾ ਸੱਜਣ ਸੀ, ਜਿਸ ਨੇ ਫਿੱਕੇ ਤਰਬੂਜ਼ੀ ਰੰਗ ਦੀ ਪੈਂਟ ਕੱਸੀ ਸੀ। ਸਿਰ 'ਤੇ ਕ੍ਰਿਸਟੀ ਟੋਪੀ ਉਹਦੀ ਉਤਲੀ ਬੀੜ ਦੇ 4 ਦੰਦਾਂ ਉੱਤੇ ਸੋਨੇ ਦੇ ਖੋਲ ਚੜ੍ਹੇ ਸੀ। ਪੈਰਾਂ 'ਚ ਉਹਨੇ ਕਾਲੇ ਰੰਗ ਦੇ ਸੈਂਡਲ ਨੁਮਾ ਬੂਟ ਪਾਏ ਸੀ। ਪਾਨ ਖਾ ਕੇ ਉਹਦੇ ਦੰਦਾਂ ਨੇ ਇੱਕ ਤਰ੍ਹਾਂ ਦਾ ਪਲਸਤਰ ਜਿਹਾ ਹੋਇਆ ਪਿਆ ਸੀ। ਕੋਈ 2-3 ਦਰਜਨ ਬਟਨਾਂ ਵਾਲਾ ਅਲਪਾਕੇ ਦਾ ਨਸਵਾਰੀ ਰੰਗਾ ਕੋਟ ਉਹਦੇ ਸਰੀਰ 'ਤੇ ਚੰਗਾ ਫੱਬ ਰਿਹਾ ਸੀ। ਨਸੀਮ ਦਾ ਇਸ਼ਾਰਾ ਪਾ ਕੇ ਉਹ ਕੁਰਸੀ 'ਤੇ ਬੈਠ ਗਿਆ, ਪਰ ਨਜ਼ਰ ਉਹਦੀ ਬਰਾਬਰ ਸੁਭੱਦਰਾ 'ਤੇ ਗੱਡੀ ਸੀ। ਮਾਲੂਮ ਹੁੰਦਾ ਹੈ, ਨਸੀਮ ਨੇ ਸੁਭੱਦਰਾ ਦੇ ਮੋਢੇ 'ਤੇ ਹੱਥ ਰੱਖ ਕੇ ਕਿਹਾ, ਤੈਨੂੰ ਪਸੰਦ ਨਹੀਂ ਆਈਆਂ ਇਹ ਤਸਵੀਰਾਂ? ਅਸਲ 'ਚ ਐਵੇਂ ਲੋਕੀ ਫ੍ਰੈਂਚ ਆਰਟ ਕੂਕਦੇ ਰਹਿੰਦੇ ਨੇ।
ਇਹਨਾਂ ਨਾਲੋਂ ਤਾਂ ਸਾਡੇ ਹਿੰਦੁਸਤਾਨ ਦਾ 8000 ਦਰਜੇ ਚੰਗਾ ਹੈ। ਮੈਂ ਤੈਨੂੰ ਕੁਝ ਆਪਣੇ ਕਾਰਡ ਵਿਖਾਵਾਂਗੀ। ਖੁਦਾ ਦੀ ਕਸਮ, ਵੇਖ ਕੇ ਤੂੰ ਮੰਨ ਜਾਏਂਗੀ ਵੀ ਸਾਡੇ ਮੁਲਕ ਦਾ ਆਰਟ ਕਿਸੇ ਨਾਲੋਂ ਘੱਟ ਨਹੀਂ। ਉਹਦੀ ਲੰਮੀ ਸਮਾਲੋਚਨਾ ਦਾ ਸਾਰਾ ਹਿੱਸਾ ਸੁਭੱਦਰਾ ਦੀ ਸਮਝ 'ਚ ਨਾ ਆ ਸਕਿਆ, ਪਰ ਇੰਨਾ ਉਹ ਸਮਝ ਗਈ ਕਿ ਨਸੀਮ ਇਹੋ ਜਿਹੀਆਂ ਤਸਵੀਰਾਂ ਬਾਰੇ ਹੀ ਕੁਝ ਕਹਿ ਰਹੀ ਹੈ। ਜਵਾਬ 'ਚ ਕੀ ਕਿਹਾ ਜਾਏ? ਸੁਭੱਦਰਾ ਅਜੇ ਇਹੋ ਸੋਚ ਰਹੀ ਸੀ ਕਿ ਨਸੀਮ ਬੋਲੀ, ਸੱਚ ਆਪਣੇ ਦੋਸਤ ਨਾਲ ਜਾਣ ਪਛਾਣ ਕਰਾਉਣ ਦਾ ਤੇ ਮੈਨੂੰ ਖਿਆਲ ਹੀ ਨਹੀਂ ਰਿਹਾ। ਤੇ ਉਹ ਆਪਣੇ ਸਾਥੀ ਵੱਲ ਤਕਾ ਕੇ ਬੋਲੀ, ਆਪ ਦਾ ਇਸਮ ਸ਼ਰੀਫ ਮਿਸਟਰ ਬਨਵਾਰੀ ਹੈ। ਦਿੱਲੀ ਦੇ ਮੰਨੇ ਪ੍ਰਮੰਨੇ ਵਪਾਰੀ ਨੇ, ਕਾਫੀ ਦਿਨ ਵਲਾਇਤ ਰਹਿ ਕੇ ਹੁਣੇ ਆਪ ਵਾਪਸ ਆਏ ਨੇ। ਤੇ ਫਿਰ ਸੁਭੱਦਰਾ ਵੱਲ ਤਕਾ ਕੇ ਬੋਲੀ, ਇਹ ਮੇਰੀ ਨਵੀਂ ਸਹੇਲੀ ਮਿਸ ਸੁਭੱਦਰਾ ਬਾਈ ਹੈ। ਬੜੇ ਸਲੀਕੇ ਵਾਲੀ ਹਸੀਨ ਲੜਕੀ ਹੈ। ਇਸ ਬਾਬਤ ਮੇਰੀ ਪੇਸ਼ੀਨ ਗੋਈ ਹੈ ਕਿ ਬਹੁਤ ਜਲਦੀ ਇਹਦੀ ਸ਼ੋਹਰਤ ਦੀ ਚਰਚਾ ਦਿੱਲੀ ਦੇ ਬੱਚੇ ਦੀ ਜ਼ੁਬਾਨ 'ਤੇ ਹੋਏਗੀ। ਨਸੀਮ ਦੀ ਚਰਬ ਜ਼ਬਾਨੀ ਨੇ ਸੁਭੱਦਰਾ ਨੂੰ ਘਬਰਾ ਦਿੱਤਾ, ਖਾਸ ਕਰਕੇ ਉਸ ਓਪਰੇ ਆਦਮੀ ਦੀ ਮੌਜੂਦਗੀ 'ਚ। ਉਹ ਇਸ ਵੇਲੇ ਆਪਣੇ ਆਪ 'ਤੇ ਝੁੰਝਲਾ ਰਹੀ ਸੀ ਕਿ ਨਸੀਮ ਦੇ ਉੱਤਰ 'ਚ ਕਿਉਂ ਉਹਦੀ ਜ਼ਬਾਨ ਸਿਉਂਤੀ ਗਈ। ਪਰ ਨਸੀਮ ਸ਼ਾਇਦ ਉਹਦੀ ਹਾਲਤ ਨੂੰ ਭਾਂਪ ਗਈ ਸੀ। ਉਹਨੇ ਆਪਣੀ ਸਾਰੀ ਗੱਲ ਕਥ 'ਚ ਉਹਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ। ਉਹਦੇ ਉਪਰੋਕਤ ਗੱਲ ਖਤਮ ਕਰਨ ਤੋਂ ਬਾਅਦ ਬਨਵਾਰੀ ਬੜੇ ਢੁਕਵੇਂ ਤੇ ਚੋਣਵੇਂ ਸ਼ਬਦਾਂ 'ਚ ਥੋੜ੍ਹਾ ਜਿਹਾ ਮੁਸਕਰਾ ਕੇ ਬੋਲਿਆ, ਬਾਈ ਜੀ ਦੀ ਨਿਆਜ਼ ਹਾਸਲ ਕਰਕੇ ਮੈਨੂੰ ਅਜ਼ਹਦ ਮੁਸਰਤ ਹਾਸਲ ਹੋਈ ਹੈ। ਬੇਸ਼ੱਕ ਬੜੀ ਜਲਦੀ ਆਪ ਦੇ ਹੁਸਨ ਦਾ ਸ਼ੋਹਰਾ ਫੈਲ ਜਾਏਗਾ। ਫਿਰ ਵੀ ਸੁਭੱਦਰਾ ਚੁੱਪ ਸੀ। ਉਹਦੇ ਸੰਕਟ ਨੂੰ ਦੂਰ ਕਰਨ ਲਈ ਨਸੀਮ ਨੇ ਬਨਵਾਰੀ ਨੂੰ ਸੰਬੋਧਨ ਕੀਤਾ, ਮੇਰੀ ਸਹੇਲੀ ਅਜੇ ਕਮਸੇ ਨੇ, ਨਾਲੇ ਨਵੀਂ ਇੱਥੇ ਆਉਣ ਕਰਕੇ ਕੁਝ ਤਕੱਲਜ਼ ਵੀ ਕਰਦੀ ਹੈ। ਸੋ ਮੇਰਾ ਖਿਆਲ ਹੈ ਮਿਸਟਰ ਬਨਵਾਰੀ, ਤੁਸੀਂ ਇਹਨੂੰ ਮਾਫ਼ ਕਰੋਗੇ ਜੇ ਤੁਹਾਡੀ ਗੱਲਬਾਤ 'ਚ ਪੂਰੀ ਤਰ੍ਹਾਂ ਹਿੱਸਾ ਨਾ ਲੈ ਸਕੇ। ਕੋਈ ਮਜ਼ਾਇਕਾ ਨਹੀਂ, ਬਨਵਾਰੀ ਥੋੜ੍ਹਾ ਚਿਰ ਹੱਸ ਕੇ ਬੋਲਿਆ, ਇਹ ਤਾਂ ਅਕਸਰ ਹੀ ਹੁੰਦਾ। ਸ਼ੁਰੂ 'ਚ ਤੂੰ ਵੀ ਤੇ ਨਸੀਮ ਕਿੰਨੀ ਸ਼ਰਮੀਲੀ ਹੁੰਦੀ ਸੀ। ਕਈ ਵਾਰੀ ਤਾਂ ਮੈਂ ਮਾਯੂਸ ਹੋ ਕੇ ਸੋਚਦਾ ਸੀ ਖਬਰੇ ਇਹਦੀ ਜ਼ਬਾਨ ਹਰਕਤ ਕਰੇਗੀ ਵੀ ਕਿ ਨਹੀਂ। ਪਰ ਹੁਣ ਤੇ ਆਪਣੀ ਕਸਮ, ਤੇਰੀ ਜ਼ਬਾਨਦਾਨੀ ਇੰਨੀ ਸ਼ੀਰੀ ਏ, ਮੂੰਹੋਂ ਫੁੱਲ ਘਿਰਦੇ ਨੇ। ਇਹ ਤੇ ਤੁਹਾਡਾ ਹੁਸਨ ਜ਼ਨ ਹੈ ਮਿਸਟਰ ਬਨਵਾਰੀ, ਵਰਨਾ ਮੈਨੂੰ ਤੇ ਇਸ ਗੱਲ ਉੱਤੇ ਕੋਈ ਫਖਰ ਨਹੀਂ। ਖੈਰ ਫਿਲਹਾਲ ਇਹ ਗੱਲਾਂ ਛੱਡੋ, ਜਿਸ ਮਤਲਬ ਲਈ ਆਏ ਹਾਂ ਉਹ ਗੱਲ ਕਰੀਏ। ਤੇ ਫਿਰ ਸੁਭੱਦਰਾ ਵੱਲ ਮੁੜ ਕੇ ਬੋਲੀ, ਸ਼ਾਇਦ ਤੈਨੂੰ ਪਤਾ ਨਹੀਂ ਸੁਭੱਦਰਾ ਬਾਈ, ਆਪ ਮਤਲਬ ਬਨਵਾਰੀ ਮੇਰੇ ਬੜੇ ਮਿਹਰਬਾਨ ਨੇ। ਕੱਲ੍ਹ ਹੀ ਮੈਨੂੰ ਇਹਨਾਂ ਬਾਬਤ ਪਤਾ ਲੱਗਾ ਕਿ ਯੂਰਪ ਦਾ ਸਫ਼ਰ ਖ਼ਤਮ ਕਰਕੇ ਫਿਰ ਨਾਲ ਵਾਪਸ ਆਏ ਨੇ। ਇਸ ਖੁਸ਼ੀ 'ਚ ਮੈਂ ਅੱਜ ਇਹਨਾਂ ਦੀ ਦਾਵਤ ਕਰਨੀ ਚਾਹੁੰਦੀ ਹਾਂ। ਕੀ ਤੂੰ ਇਸ ਖੁਸ਼ੀ 'ਚ ਮੇਰਾ ਸਾਥ ਨਹੀਂ ਦੇਂਗੀ? ਸੁਭੱਦਰਾ ਇਸ ਵੇਲੇ ਪੱਥਰ ਦਾ ਪੱਥਰ ਹੋਈ ਪਈ ਸੀ। ਉਹਦੇ ਅੰਦਰ ਕੁਝ ਤਲਖੀ ਜਿਹੀ ਪੈਦਾ ਹੋ ਰਹੀ ਸੀ। ਸਰੀਰ ਭਾਰਾ ਹੁੰਦਾ ਜਾਪਦਾ ਸੀ। ਉਹਦਾ ਦਿਲ ਚਾਹਿਆ ਕਿਸੇ ਨਾ ਕਿਸੇ ਬਹਾਨੇ ਦੂਜੇ ਕਮਰੇ 'ਚ ਜਾ ਕੇ ਸ਼ਰਬਤ ਦੀ ਕੱਦ ਗਲਾਸੀ ਪੀ ਆਵੇ, ਪਰ ਇਹ ਕੰਮ ਉਹਨੂੰ ਮੁਸ਼ਕਿਲ ਜਾਪਿਆ। ਨਸੀਮ ਦੇ ਉੱਤਰ 'ਚੋਂ ਕੁਝ ਨਾ ਬੋਲ ਸਕੀ। ਇਸ ਚੁੱਪ ਨੂੰ ਨੀਮ ਰਜ਼ਾ ਸਮਝ ਕੇ ਨਸੀਮ ਨੇ ਆਪਣੇ ਸਾਥੀ ਨੂੰ ਕਿਹਾ, ਮੈਨੂੰ ਅੱਗੇ ਹੀ ਯਕੀਨ ਸੀ ਕਿ ਮੇਰੀ ਸਹੇਲੀ ਕਦੀ ਇਨਕਾਰ ਨਹੀਂ ਕਰੇਗੀ। ਕਿਉਂ ਮਿਸਟਰ ਬਨਵਾਰੀ, ਮੈਂ ਤੁਹਾਨੂੰ ਕਿਹਾ ਨਹੀਂ ਸੀ ਵੀ ਉਹਨੇ ਅਲਫੋਂ ਬੇ ਨਹੀਂ ਕਹਿਣੀ। ਤੇ ਚਲੋ ਹੁਣ ਪਿਕਚਰ ਦਾ ਟਾਈਮ ਹੋਣ ਵਾਲਾ ਹੈ। ਸੱਚ ਮਿਸਟਰ ਬਨਵਾਰੀ, ਤੁਸੀਂ ਕਾਰ 'ਤੇ ਹੋ ਕਿ ਟਾਂਗੇ 'ਤੇ? ਜਨਾਬ, ਬਨਵਾਰੀ ਦੀਆਂ ਅੱਖਾਂ 'ਚ ਗੂੜੀ ਮਾਦਕਤਾ ਦਾ ਰੰਗ ਸੀ। ਕਾਰ 'ਤੇ ਅੱਧੇ ਘੰਟੇ ਤੋਂ ਹੇਠਾਂ ਖੜੀ ਤੁਹਾਨੂੰ ਉਡੀਕ ਰਹੀ ਹੈ, ਤੁਸੀਂ ਆਪ ਹੀ ਦੇਰ ਕਰ ਰਹੇ ਹੋ। ਤਾਂ ਚੱਲ ਸੁਭੱਦਰਾ, ਨਸੀਮ ਨੇ ਉਹਨੂੰ ਬਾਹੋਂ ਫੜ ਕੇ ਉਠਾਉਂਦਿਆਂ ਕਿਹਾ, ਆ ਜ਼ਰਾ ਸ਼ੀਸ਼ੇ ਅੱਗੇ ਚੱਲ ਕੇ ਤੇਰਾ ਕੱਪੜਾ ਲੱਤਾ ਠੀਕ ਕਰਦੇ ਆ। ਤੇ ਬਿਨਾਂ ਸੁਭੱਦਰਾ ਦੇ ਮੂੰਹੋਂ ਹਾਂ ਨਾ ਸੁਣਿਆ ਉਹ ਬਨਵਾਰੀ ਨੂੰ ਕਹਿਣ ਲੱਗੀ, ਮਾਫ਼ ਕਰਨਾ ਮਿਸਟਰ ਬਨਵਾਰੀ, ਤੁਸੀਂ ਜ਼ਰਾ ਇਸ ਕਮਰੇ 'ਚ ਤਸ਼ਰੀਫ ਲੈ ਜਾਓ, ਮੈਂ ਹੁਣੇ 5 ਮਿੰਟਾਂ 'ਚ ਇਹਨੂੰ ਲੈ ਕੇ ਆਈ। ਬਨਵਾਰੀ ਸਿਰ ਝੁਕਾ ਕੇ ਨਾਲ ਦੇ ਕਮਰੇ 'ਚ ਚਲਾ ਗਿਆ ਤੇ ਇੱਧਰ ਨਸੀਮ ਨੇ ਸਭ ਤੋਂ ਵਧੀਆ ਕੱਪੜਿਆਂ ਵਾਲਾ ਇੱਕ ਟਰੰਕ ਖੋਲ੍ਹਿਆ। ਵੰਨ-ਸੁਵੰਨੀਆਂ ਸਾੜੀਆਂ, ਬਲਾਊਜ਼ ਵੇਖ ਕੇ ਸੁਭੱਦਰਾ ਦੀਆਂ ਅੱਖਾਂ ਚੁੰਧਿਆ ਗਈਆਂ। ਉਹਦੇ ਨਾ ਕਰਦਿਆਂ ਤੇ ਬਾਹਾਂ ਛੁੜਕਾਉਂਦਿਆਂ ਨਸੀਮ ਉਹਨੂੰ ਖਿੱਚ ਕੇ ਸ਼ਿੰਗਾਰਦਾਨ ਦੇ ਸ਼ੀਸ਼ੇ ਪਾਸ ਲੈ ਗਈ। ਥੋੜ੍ਹੀ ਦੇਰ ਬਾਅਦ ਮੋਟਰ ਘੂੰ ਕਰਦੀ ਸਿਨੇਮਾ ਹਾਲ ਵੱਲ ਜਾ ਰਹੀ ਸੀ ਤੇ ਆਪਣੀ ਨਵ ਸੱਜਣੀ ਨਸੀਮ ਦੇ ਮੋਢੇ ਨਾਲ ਮੋਢਾ ਜੋੜੀ ਸੁਭੱਦਰਾ ਫੋਟੋ ਦੀਆਂ ਕੁਝ ਤਸਵੀਰਾਂ ਵੇਖਣ 'ਚ ਮਸਤ ਸੀ, ਜੋ ਸਾਰੀਆਂ ਨਸੀਮ ਦੀਆਂ ਸਨ, ਜਿਹਨੇ ਆਪਣੇ ਕਿਸੇ ਪ੍ਰੇਮੀ ਨਾਲ ਕਾਮ ਚੇਸ਼ਟਾ ਕਰਦਿਆਂ ਲੁਹਾਈਆਂ ਸੀ। ਸੁਭੱਦਰਾ ਇਸ ਵੇਲੇ ਕਿਸੇ ਨਵੇਂ ਸੰਸਾਰ ਦੀ ਰਚਨਾ ਰਚੀਂਦੀ ਵੇਖ ਰਹੀ ਸੀ। ਉਹਦੀਆਂ ਅੱਖਾਂ ਖੁਮਾਰੀ 'ਚ ਗੜੂੰਦ ਸਨ। ਅਗਲੀ ਸੀਟ 'ਤੇ ਉਹੀ ਮਿਸਟਰ ਬਨਵਾਰੀ ਬੈਠਾ ਮੋਟਰ ਚਲਾ ਰਿਹਾ ਸੀ। ਅੰਗ 12ਵਾਂ। ਸੁਭੱਦਰਾ ਦੇ ਅੰਦਰ ਵਿਸ਼ੇ ਦੀ ਅੱਗ ਭੜਕਾ ਕੇ ਆਪਣੇ ਰਸਤੇ 'ਤੇ ਲਿਆਉਣ ਲਈ ਮੁਮਤਾਜ਼ ਨੇ ਜਿਹੜੀਆਂ ਚਿਣਗਾਂ ਥਾਈਂ ਉਹਦੇ ਦੁਆਲੇ ਸੁੱਟ ਰੱਖੀਆਂ ਸਨ, ਉਹ ਆਖਰ ਰੰਗ ਲਿਆਈਆਂ। ਪਾਪ ਦੀ ਦੁਨੀਆ ਵਿੱਚ ਲੈ ਜਾਣ ਲਈ ਪਹਿਲਾਂ ਸੁਭੱਦਰਾ ਦਾ ਪੋਟਾ ਫੜਿਆ ਗਿਆ, ਫਿਰ ਉਂਗਲੀ, ਇਹ ਤੋਂ ਬਾਅਦ ਪੰਜਾ, ਆਖਰ ਬਾਂਹ
ਸਦਾ ਵਾਂਗ ਮੁਮਤਾਜ਼ ਦਾ ਢੰਗ ਵੀ ਕਾਮਯਾਬ ਸਾਬਤ ਹੋਇਆ। ਉਦਣ ਵਾਲੀ ਨਸੀਮ ਦੀ ਦਾਵਤ ਐਵੇਂ ਸਹਿਜ ਸੁਭਾਅ ਨਹੀਂ ਸੀ, ਸਗੋਂ ਇੱਕ ਬੜੀ ਡੂੰਘੀ ਗੋਂਦ ਦਾ ਮੁੱਢ ਸੀ, ਜਿਹਨੂੰ ਪਤਾ ਨਹੀਂ ਅਲੜ ਸੁਭੱਦਰਾ ਆਖਰੀ ਦਮ ਤੱਕ ਸਮਝ ਸਕੀ ਕਿ ਨਾ। ਉਸ ਦਾਵਤ ਦੇ ਬਹਾਨੇ ਉਦਣ ਸੁਭੱਦਰਾ ਨੂੰ ਕਿੱਥੋਂ ਕਿੱਥੋਂ ਦੀ ਸੈਰ ਕਰਾਈ ਗਈ, ਕੀ ਕੁਝ ਵੇਖਣ ਸੁਣਨ ਮਾਨਣ ਦਾ ਮੌਕਾ ਉਹਨੂੰ ਮਿਲਿਆ, ਇਹਦਾ ਵੇਰਵਾ ਦੱਸਣ ਲੱਗਿਆ ਫਿਰ ਇੱਕ ਵਾਰੀ ਇਸ ਲੇਖਿਣੀ ਦੇ ਅੱਗੇ ਪੱਥਰੀਲੀ ਕੰਧ ਬਣ ਕੇ ਆ ਖੜੋਤਾ ਹੈ, ਜਿਸ ਕਰਕੇ ਅਸੀਂ ਹੋਰ ਕੁਝ ਨਾ ਦੱਸਦੇ, ਸਿਰਫ ਇੰਨਾ ਹੀ ਦੱਸਣਾ ਚਾਹੁੰਦੇ ਹਾਂ ਕਿ ਦੂਜੇ ਦਿਨ ਸ਼ਾਮ ਨੂੰ ਨਸੀਮ ਦੇ ਉਸ ਅਖੌਤੀ ਮਿੱਤਰ ਦੀ ਮੋਟਰ ਖਾਲਾ ਮੁਮਤਾਜ਼ ਦੇ ਘਰ ਅੱਗੇ ਆ ਕੇ ਰੁਕੀ। ਉਸ 'ਚ ਉਤਰਨ ਲੱਗਿਆਂ ਸੁਭੱਦਰਾ ਦੀਆਂ ਲੱਤਾਂ ਲੜਖੜਾ ਰਹੀਆਂ ਸੀ। ਉਹ ਕਿਸੇ ਦੂਸਰੀ ਦੁਨੀਆ 'ਚ ਦਾਖਲ ਹੋ ਚੁੱਕੀ ਸੀ। ਇਸ ਤੋਂ ਬਾਅਦ ਜਿਉਂ-ਜਿਉਂ ਦਿਨ ਬੀਤਦੇ ਗਏ, ਸੁਭੱਦਰਾ ਦੇ ਰੰਗ ਢੰਗ 'ਚ, ਉਹਦੀ ਰਹਿਣੀ ਬਹਿਣੀ, ਉਹਦੇ ਹਾਵ ਸੁਭਾਅ 'ਚ ਫਰਕ ਪੈਂਦਾ ਗਿਆ। ਸਭ ਤੋਂ ਵੱਡਾ ਫਰਕ ਇਹ ਸੀ ਕਿ ਉਹਦਾ ਸੁਹੱਪਣ ਵੀ ਬੜੀ ਤੇਜ਼ੀ ਨਾਲ ਦਿਨੋਂ ਦਿਨ ਚਮਕਦਾ ਆਉਂਦਾ ਸੀ। ਮੁੱਕਦੀ ਗੱਲ 2 ਮਹੀਨਿਆਂ ਦੇ ਛੋਟੇ ਜਿਹੇ ਸਮੇਂ 'ਚ ਸੁਭੱਦਰਾ ਦੇ ਅੰਦਰ ਜੁਗਾਂ ਜਿੰਨੀ ਤਬਦੀਲੀ ਆ ਗਈ। ਹੁਣ ਉਹ ਉਸ ਰੰਗ 'ਚ ਪੂਰੀ ਤਰ੍ਹਾਂ ਰੰਗੀ ਜਾ ਚੁੱਕੀ ਸੀ, ਜਿਸ 'ਚ ਖਾਲਾ ਮੁਮਤਾਜ਼ ਉਹਨੂੰ ਰੰਗਣਾ ਚਾਹੁੰਦੀ ਸੀ। ਪਰ ਕੀ ਇੰਨਾ ਕੁਝ ਹੋਣ 'ਤੇ ਵੀ ਮੁਮਤਾਜ਼ ਦੇ ਦਿਲ ਨੂੰ ਸੁਭੱਦਰਾ ਬਾਰੇ ਤਸੱਲੀ ਹੋਈ? ਸ਼ਾਇਦ ਬਿਲਕੁਲ ਨਹੀਂ। ਮੁਮਤਾਜ਼ ਨੇ ਕੋਈ ਸਾਈਕੋਲੋਜੀ ਦੀ ਕਿਤਾਬ ਨਹੀਂ ਪੜ੍ਹੀ ਹੋਣੀ, ਨਾ ਕਿਸੇ ਇਹੋ ਜਿਹੇ ਵਿਗਿਆਨਕ ਦੀ ਸੰਗਤ ਹੀ ਉਹਨੂੰ ਕਦੇ ਪ੍ਰਾਪਤ ਹੋਈ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਜਿਹੋ ਜਿਹੀ ਅਨਪੜ੍ਹ ਤੇ ਗੰਦੇ ਚਾਲ ਚੱਲਣ ਦੀਆਂ ਹਸਤੀਆਂ ਕਿੰਨੀ ਜਲਦੀ ਕਿਸੇ ਆਦਮੀ ਨੂੰ ਬਾਹਰੋਂ ਵੇਖ ਕੇ ਉਹਦੇ ਅੰਦਰਲੇ ਨੂੰ ਪਹਿਚਾਨ ਲੈਂਦੀਆਂ। ਖਾਲਾ ਮੁਮਤਾਜ਼ ਪੜ੍ਹੀ ਹੋਈ ਕੁਝ ਵੀ ਨਹੀਂ, ਪਰ ਗੁੜੀ ਹੋਈ ਇੰਨੀ ਕਿ ਵੱਡੇ ਵੱਡੇ ਇਲਮਦਾਨਾਂ ਨੂੰ ਆਪਣੀ ਜ਼ਿੰਦਗੀ 'ਚੋਂ ਨੱਕ ਨਾਲ ਚਣੇ ਚਬਾ ਚੁੱਕੀ ਹੈ। ਬਾਜ਼ਾਰਾਂ 'ਚੋਂ ਹਜ਼ਾਰਾਂ ਲੋਕੀ ਲੰਘਦੇ ਤੁਰੇ ਜਾਂਦੇ ਹਨ, ਪਰ ਮੁਮਤਾਜ਼ ਦੀ ਪਾਰਖੂ ਨਜ਼ਰ ਝੱਟ ਤਾੜ ਜਾਂਦੀ ਕਿ ਇਹਨਾਂ ਲੋਕਾਂ 'ਚ ਕਿਹੜਾ ਉਹਦੀ ਦੁਕਾਨ ਤੋਂ ਸੌਦਾ ਖਰੀਦਣ ਵਾਲਾ ਗਾਹਕ ਹੈ। ਇਸੇ ਪਾਰਖੂ ਨਜ਼ਰ ਨਾਲ ਉਹਨੇ ਸੁਭੱਦਰਾ ਨੂੰ ਕੁਝ ਦਿਨਾਂ ਬਾਅਦ ਵੇਖਿਆ, ਜਦੋਂ ਅੱਜ ਤੋਂ ਕੁਝ ਦਿਨ ਪਹਿਲਾਂ ਬਿਹਾਰੀ ਦੇ ਮਕਾਨ 'ਤੇ ਗਈ ਸੀ। ਉਸ ਵੇਲੇ ਉਹ ਸੁਭੱਦਰਾ ਬਾਬਤ ਪੂਰੀ ਤਰ੍ਹਾਂ ਨਹੀਂ ਸੀ ਜਾਣ ਸਕੀ, ਤਾਂ ਵੀ ਇਸ ਸੌਦੇ ਨੂੰ ਉਹ ਕਿਸੇ ਹਾਲਤ 'ਚ ਛੱਡਣਾ ਨਹੀਂ ਸੀ ਚਾਹੁੰਦੀ। ਅਖੀਰ ਉਹਨੇ ਸੁਭੱਦਰਾ ਨੂੰ 500 ਤੋਂ ਖਰੀਦ ਲਿਆ। ਇਸ ਤੋਂ ਬਾਅਦ ਪਹਿਲੇ ਹਫ਼ਤੇ 'ਚ ਹੀ ਸੁਭੱਦਰਾ ਦੇ ਮਨ ਨੂੰ ਉਹਨੇ ਚੰਗੀ ਤਰ੍ਹਾਂ ਪੜ੍ਹਿਆ। ਭਾਵੇਂ ਸੁਭੱਦਰਾ ਉਸ ਲਈ ਇੱਕ ਨਫ਼ੇਵੰਦਾ ਸੌਦਾ ਸੀ, ਪਰ ਮੁਮਤਾਜ਼ ਨੇ ਉਸ ਵੇਲੇ ਤੋਂ ਉਹਨੂੰ ਕਿਤੇ ਅਗਾਂਹ ਢਾਲ ਦੇਣ ਦਾ ਫੈਸਲਾ ਕਰ ਲਿਆ। ਸ਼ਾਇਦ ਸੁਭੱਦਰਾ ਦੇ ਸੁਭਾਅ 'ਚ ਉਹਨੂੰ ਕੋਈ ਇਹੋ ਜਿਹਾ ਨੁਕਸ ਜਾਪਿਆ, ਜਿਹਦਾ ਫਲ ਰੂਪ ਪਤਾ ਨਹੀਂ ਕਦੋਂ ਤੇ ਕਿਸ ਵੇਲੇ ਸੁਭੱਦਰਾ ਉਸ ਲਈ ਕਿਸੇ ਭਾਰੀ ਖਤਰੇ ਦਾ ਕਾਰਨ ਬਣ ਜਾਵੇ। ਸੁਭਾਅ ਤੋਂ ਛੁੱਟ ਇੱਕ ਹੋਰ ਮੁਸ਼ਕਿਲ ਵੀ ਮੁਮਤਾਜ਼ ਦੇ ਰਸਤੇ 'ਚ ਸੀ। ਸੁਭੱਦਰਾ ਦੇ ਆਉਣ ਤੋਂ ਕੁਝ ਦਿਨ ਬਾਅਦ ਉਹਨੇ ਚੁੱਪ ਕੀਤੇ ਇੱਕ ਖਾਸ ਕਿਸਮ ਦੀ ਲੇਡੀ ਡਾਕਟਰ ਨੂੰ ਸੱਦ ਕੇ ਸੁਭੱਦਰਾ ਦਾ ਮੁਲਾਜ਼ਾ ਕਰਾਇਆ। ਸਬੱਬ ਨਾਲ ਉਹਨੇ ਦਿਨੀ ਸੁਭੱਦਰਾ ਨੂੰ ਸਖਤ ਬੁਖਾਰ ਆ ਰਿਹਾ ਸੀ। ਸੁਭੱਦਰਾ ਛੇਤੀ ਮਾਂ ਬਣਨ ਵਾਲੀ ਸੀ, 3 ਮਹੀਨੇ ਬਾਕੀ ਸੀ। ਇਹ ਤੋਂ ਪਹਿਲਾਂ ਇਸੇ ਲੇਡੀ ਡਾਕਟਰ ਦੀ ਮਦਦ ਨਾਲ ਮੁਮਤਾਜ਼ ਕਈਆਂ ਦੇ ਹੰਮਲ ਗਿਰਾ ਚੁੱਕੀ ਸੀ, ਪਰ ਐਤਕੀ ਲੇਡੀ ਡਾਕਟਰ ਨੇ ਇਸ ਕੰਮ ਨੂੰ ਹੱਥ ਪਾਉਣੋਂ ਇਨਕਾਰ ਕਰ ਦਿੱਤਾ। ਮੁਮਤਾਜ਼ ਨੂੰ ਉਹਨੇ ਸਾਫ਼ ਕਹਿ ਦਿੱਤਾ ਵੀ ਜੇ ਇਹਦਾ ਹਮਲ ਗਿਰਾਇਆ ਇਹ ਬਚ ਨਹੀਂ ਸਕੇਗੀ। ਮੁਮਤਾਜ਼ ਨੂੰ ਆਪਣੀ 500 ਦੀ ਥੈਲੀ ਰੋੜਨੀ ਮਨਜ਼ੂਰ ਨਹੀਂ ਸੀ। ਫਿਰ ਜੇ ਇਸ ਹਾਲਤ 'ਚ ਕਿਸੇ ਕੁੜੀ ਦੀ ਮੌਤ ਮਰਗ ਹੋ ਗਈ ਤਾਂ ਪੁਲਿਸ ਦਾ ਵੱਖਰਾ ਡਰ ਹੁੰਦਾ, ਸੋ ਉਹਨੇ ਫੈਸਲਾ ਕਰ ਲਿਆ ਵੀ ਉਹ ਸੁਭੱਦਰਾ ਨੂੰ ਛੇਤੀ ਤੋਂ ਛੇਤੀ ਗਾਂਹ ਤੋਰ ਦੇਵੇਗੀ। ਸੁਭੱਦਰਾ ਬਾਰੇ ਉਹਦਾ ਪਹਿਲਾ ਖਿਆਲ ਹੋਰ ਵੀ ਦਿਨੋਂ ਦਿਨ ਪੱਕਾ ਹੁੰਦਾ ਗਿਆ। ਜਿਉਂ-ਜਿਉਂ ਉਹ ਵੇਖਦੀ ਕਿ ਕੁੜੀ ਇਸ ਪਾਪਪੁਰੀ ਵਿੱਚ ਪੂਰੀ ਤਰ੍ਹਾਂ ਦਾਖਲ ਹੋ ਚੁੱਕਣ ਤੋਂ ਬਾਅਦ ਵੀ ਆਪਣੇ ਅੰਦਰ ਕੋਈ ਪੀੜ ਲੁਕਾਈ ਬੈਠੀ ਹੈ, ਜਿਹੜੀ ਕਦੀ-ਕਦੀ ਉਹਦੇ ਅੰਦਰ ਲਾਵਾ ਜਿਹਾ ਬਣ ਕੇ ਉਬਲਣ ਲੱਗ ਪੈਂਦੀ। ਪਤਾ ਨਹੀਂ ਕਿਹੜੇ ਵੇਲੇ ਕਿਸ ਸ਼ਕਲ 'ਚ ਲਾਵਾ ਫੁੱਟ ਨਿਕਲੇ। ਸਬੱਬ ਨਾਲ ਹੀ ਇਹਨਾਂ ਦਿਨਾਂ 'ਚ ਮੁਮਤਾਜ਼ ਪਾਸ ਇੱਕ ਥੋਕ ਦਾ ਵਪਾਰੀ ਆ ਗਿਆ। ਹੋਰ ਮੰਡੀਆਂ ਵਾਂਗ ਇਸ ਮੰਡੀ 'ਚ ਵੀ ਥੋਕ ਤੇ ਪਰਚੂਨ 2 ਤਰ੍ਹਾਂ ਦੇ ਵਪਾਰੀ ਹੁੰਦੇ ਆ। ਪਰਚੂਨ ਤਾਂ ਉਹੀ ਆਮ ਤੌਰ 'ਤੇ ਤਮਾਸ਼ਬੀਨ, ਪਰ ਥੋਕ ਦੇ ਵਪਾਰੀ ਹੁੰਦੇ ਜਿਹੜੇ ਸਮੁੱਚੇ ਤੌਰ 'ਤੇ ਕਿਸੇ ਚੰਗੀ ਮੂੰਹ ਹੱਥ ਲੱਗਦੀ ਕੁੜੀ ਨੂੰ ਖਰੀਦ ਕੇ ਲੈ ਜਾਂਦੇ ਆ। ਇਹ ਲੋਕ ਅੱਗੇ ਜਾ ਕੇ ਕਈ ਤਰ੍ਹਾਂ ਦੇ ਵਪਾਰ ਕਰਦੇ ਆ। ਵਧੇਰੇ ਇਹੋ ਜਿਹੇ ਵਪਾਰੀ ਦੇਸੀ ਰਿਆਸਤਾਂ 'ਚੋਂ ਆਇਆ ਕਰਦੇ ਆ, ਰਾਜਿਆਂ ਨਵਾਬਾਂ ਦੀ ਮੰਗ ਪੂਰੀ ਕਰਨ ਲਈ। ਇਹਨਾਂ ਕੋਲੋਂ ਰੁਪਏ ਦੀ ਕੋਈ ਕਮੀ ਨਹੀਂ ਹੁੰਦੀ। ਇਹ ਕਿਸੇ ਬਹੁਤ ਵਧੀਆ ਮਾਲ ਦੀ ਭਾਲ 'ਚ ਇਹੋ ਜਿਹੀਆਂ ਮੰਡੀਆਂ ਗਾਉਂਦੇ ਫਿਰਦੇ ਆ। ਦੂਜੀ ਕਿਸਮ ਦੇ ਉਹ ਲੋਕ ਹੁੰਦੇ ਜਿਹੜੇ ਹੋਰ ਸੂਬਿਆਂ 'ਚੋਂ ਆਉਂਦੇ ਆ। ਇਹ ਵੱਡੇ ਅਮੀਰਾਂ ਸ਼ਾਹੂਕਾਰਾਂ ਦੇ ਦਿਲ ਪਰਚਾਵੇ ਲਈ ਚੰਗੀਆਂ ਸੋਹਣੀਆਂ ਕੁੜੀਆਂ ਖਰੀਦ ਕੇ ਉਹਨਾਂ ਪਾਸ ਜਾ ਵੇਚਦੇ ਆ। ਤੀਜੀ ਕਿਸਮ ਦੇ ਉਹ ਲੋਕ ਹੈ ਜਿਨ੍ਹਾਂ ਨੂੰ ਫਿਰਤੂ ਵਪਾਰੀ ਕਿਹਾ ਜਾ ਸਕਦਾ ਹੈ। ਇਹ ਕਿਸੇ ਬਾਜ਼ਾਰੀ ਕੁੜੀ ਨੂੰ ਖਰੀਦ ਕੇ ਉਹਨੂੰ ਵਹੁਟੀ ਦੇ ਰੂਪ 'ਚ ਹਮੇਸ਼ਾ ਆਪਣੇ ਨਾਲ ਰੱਖਦੇ ਆ। ਸ਼ਹਿਰੋਂ ਸ਼ਹਿਰ ਉਹਨੂੰ ਫਰਾਈ ਫਿਰਦੇ ਆ। ਵੱਡੇ ਸ਼ਹਿਰਾਂ 'ਚ ਕੁਝ ਖਾਸ ਕਿਸਮ ਦੇ ਹੋਟਲ ਹੁੰਦੇ ਆ ਜਿਨ੍ਹਾਂ 'ਚ ਇਹ
ਭੱਦਰ ਪੁਰਸ਼ ਇੱਕ ਦੋ ਸ਼ਾਨਦਾਰ ਕਮਰੇ ਲੈ ਕੇ ਜਾ ਠਹਿਰਦੇ ਆ। ਕਿੱਥੇ ਕਿੱਥੇ ਕੌਣ ਇਹਨੇ ਤੇ ਮਤਲਬ ਦਾ ਗਾਹਕ ਰਹਿੰਦਾ ਹੈ। ਉਹਨਾਂ ਨੂੰ ਸਭ ਪਤਾ ਹੁੰਦਾ ਹੈ, ਅਥਵਾ ਆਪਣੇ ਏਜੰਟਾਂ ਰਾਹੀਂ ਪਤਾ ਲਾ ਲੈਂਦੇ ਆ ਵੱਡੇ ਵੱਡੇ ਅਮੀਰਾਂ ਕਬੀਰਾਂ ਨੂੰ, ਜਿਹੜੇ ਅੱਗੇ ਹੀ ਕਿਸੇ ਨਵੀਂ ਨਾਜ਼ਨੀਨਾਂ ਲਈ ਸਹਿਕ ਰਹੇ ਹੁੰਦੇ ਆ। ਇਹ ਲੋਕ ਹੋਟਲ 'ਚ ਲੈ ਆਉਂਦੇ ਆ ਤੇ ਇਸ ਤਰ੍ਹਾਂ ਦੋਈ ਹੱਥੀਂ ਉਹਨਾਂ ਦੀਆਂ ਜੇਬਾਂ ਤਰਾਸ਼ਦੇ ਆ। ਮਿਸਟਰ ਬਨਵਾਰੀ, ਜਿਹਦਾ ਜ਼ਿਕਰ ਅਸੀਂ ਪਿਛਲੇ ਕਾਂਡ 'ਚ ਕਰ ਆਏ ਹੈ, ਉੱਪਰ ਦੱਸਿਆਂ 'ਚੋਂ ਤੀਜੀ ਕਿਸਮ ਦਾ ਵਪਾਰੀ ਹੈ। ਕਈ ਦਿਨਾਂ ਤੋਂ ਚਾਵੜੀ ਬਾਜ਼ਾਰ ਦੇ ਲਾਗ ਪਾਸ ਫਿਰਦਾ ਹੋਇਆ ਕਿਸੇ ਕੁੜੀ ਦੀ ਭਾਲ ਕਰ ਰਿਹਾ ਸੀ। ਸਬੱਬ ਨਾਲ ਉਹ ਖਾਲਾ ਮੁਮਤਾਜ਼ ਦੀ ਬੈਠਕ ਤੇ ਆ ਨਿਕਲਿਆ। ਮੁਮਤਾਜ਼ ਪਹਿਲਾਂ ਤੋਂ ਹੀ ਕਿਸੇ ਇਹੋ ਜਿਹੇ ਗਾਹਕ ਦੀ ਲੋੜਵੰਦ ਸੀ। ਗਾਹਕ ਨੂੰ ਸੌਦਾ ਵਿਖਾਇਆ ਗਿਆ, ਉਹਨੂੰ ਪਸੰਦ ਆ ਗਿਆ। ਸੁਭੱਦਰਾ ਦੀ ਜਿਹੜੀ ਹਾਲਤ ਮੁਮਤਾਜ਼ ਲਈ ਔਖਾਈ ਦਾ ਕਾਰਨ ਸੀ, ਉਹ ਬਨਵਾਰੀ ਲਈ ਸਗੋਂ ਮਨਮਰਜ਼ੀ ਦੀ ਸਾਬਤ ਹੋਈ। ਪੁਲਿਸ ਅਕਸਰ ਛੱਲਾ ਕੋਠੀ ਫੈਸ਼ਨ ਦੇ ਹੋਟਲਾਂ ਉੱਤੇ ਬੜੀ ਕਰੜੀ ਨਿਗਰਾਨੀ ਰੱਖਦੀ ਹੈ। ਬਨਵਾਰੀ ਵਰਗਿਆਂ ਲਈ ਇਸ ਨਿਗਰਾਨੀ ਤੋਂ ਬਚਣ ਦਾ ਸਭ ਤੋਂ ਸਹਿਲ ਤਰੀਕਾ ਹੈ ਕਿ ਇੱਕ ਅੱਧ ਛੋਟਾ ਬੱਚਾ ਉਹਨਾਂ ਦੇ ਨਾਲ ਹੋਵੇ। ਫਿਰ ਪੁਲਿਸ ਲਈ ਸ਼ੱਕ ਸ਼ੁਬੇ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ। ਸੋ ਇਸੇ ਲਾਭ ਨੂੰ ਮੁੱਖ ਰੱਖ ਕੇ ਬਨਵਾਰੀ ਨੇ ਮੁਮਤਾਜ਼ ਨਾਲ ਝਟਪਟ ਸੌਦਾ 1000 ਰੁਪਏ 'ਚ ਕਰ ਲਿਆ। ਜਿੰਨਾ ਚਿਰ ਇਸ ਤੋਂ ਬਾਅਦ ਉਸ ਭੱਦਰਾ ਸਣੇ ਮੁਮਤਾਜ਼ ਦੇ ਕਮਰੇ ਨੂੰ ਵਰਤੇ 5 ਰੁਪਏ ਰੋਜ਼ ਦੇ ਹਿਸਾਬ ਨਾਲ ਕਿਰਾਇਆ ਵੱਖਰਾ। ਇਹ ਹੋਰ ਜਿਨਸਾਂ ਵਰਗਾ ਸੌਦਾ ਨਹੀਂ ਹੁੰਦਾ ਕਿ ਵਪਾਰੀ ਲੈ ਕੇ ਝੱਟ ਚੱਲਦਾ ਬਣੇ। ਇਸ ਸੌਦੇ ਨੂੰ ਲੈ ਜਾਣ ਦੀ ਤਿਆਰੀ ਲਈ ਕਈ ਵਾਰੀ ਹਫ਼ਤੇ ਤੇ ਕਈ ਵਾਰ ਮਹੀਨੇ ਵੀ ਲੱਗ ਜਾਇਆ ਕਰਦੇ ਹੈ। ਸੌਦਾ ਪੱਕਾ ਹੋ ਜਾਣ ਤੋਂ ਬਾਅਦ ਰਿਵਾਜ ਅਨੁਸਾਰ ਵਪਾਰੀ ਨੂੰ ਹੱਕ ਸੀ ਕਿ ਉਸ ਭੱਦਰਾ ਨੂੰ ਮਾਇਆ ਜਾਲ 'ਚ ਫਸਾਉਣ ਲਈ ਜਿਹੜਾ ਵੀ ਤਰੀਕਾ ਚਾਹੇ ਵਰਤ ਲਵੇ। ਸੋ ਇਸ ਨਿਯਮ ਅਨੁਸਾਰ ਸਭ ਤੋਂ ਪਹਿਲੀ ਮੁਲਾਕਾਤ ਜਿਸ ਤਰ੍ਹਾਂ ਸੁਭੱਦਰਾ ਦੀ ਆਪਣੇ ਖਰੀਦਦਾਰ ਨਾਲ ਹੋਈ, ਪਿਛਲੇ ਕਾਂਡ 'ਚ ਦੱਸੀ ਜਾ ਚੁੱਕੀ ਹੈ। ਬਨਵਾਰੀ ਕੋਲ ਵਾਕ ਚਾਤਰੀ ਦਾ ਹੁਨਰ ਕਮਾਲ ਦੀ ਹੱਦ ਤੱਕ ਸੀ। ਇਸ ਦਾ ਅੰਦਾਜ਼ਾ ਅਸੀਂ ਇਸੇ ਗੱਲ ਤੋਂ ਲਾ ਸਕਦੇ ਹਾਂ ਕਿ ਸਿਰਫ ਉਹਦੇ ਇੱਕ ਰਾਤ ਦੇ ਸਹਿਵਾਸ ਨਾਲ ਜਦੋਂ ਦਾਵਤ ਦੇ ਬਹਾਨੇ ਸੁਭੱਦਰਾ ਨੂੰ ਉਹ ਨਸੀਮ ਦੀ ਮਦਦ ਨਾਲ ਲੈ ਗਿਆ, ਸੁਭੱਦਰਾ ਨਾਲ ਉਹਦਾ ਖੁੱਲ੍ਹਾ ਮੇਲ ਗੇਲ ਸ਼ੁਰੂ ਹੋ ਗਿਆ। ਅੱਜ ਹੋਰ ਕੱਲ੍ਹ ਹੋਰ ਬਨਵਾਰੀ ਨੇ ਐਸੇ ਮਿੱਠੇ ਮੁਲਾਇਮ ਤਰੀਕੇ ਨਾਲ ਸੁਭੱਦਰਾ ਪਾਸ ਆਉਣਾ ਜਾਣਾ ਸ਼ੁਰੂ ਕੀਤਾ ਕਿ ਹੋਰ ਕੁਝ ਦਿਨਾਂ ਬਾਅਦ ਸੁਭੱਦਰਾ ਉਹਨੂੰ ਪਿਆਰ ਕਰਨ ਤੱਕ ਲੱਗ ਗਈ। ਅੰਦਰੇ ਅੰਦਰ ਦੋਹਾਂ 'ਚ ਕਈ ਤਰ੍ਹਾਂ ਦੇ ਕੌਲ ਕਰਾਰ ਵੀ ਪੱਕੇ ਹੋ ਗਏ। ਬਨਵਾਰੀ ਨੇ ਹੌਲੀ ਹੌਲੀ ਉਹਨੂੰ ਇਸ ਰਾਹ ਉੱਤੇ ਲੈ ਆਂਦਾ ਕਿ ਸੁਭੱਦਰਾ ਲਈ ਇਸ ਬਾਜ਼ਾਰੀ ਪੇਸ਼ੇ ਨਾਲੋਂ ਇਹ ਚੁੱਪ ਕਰਕੇ ਉਸ ਨਾਲ ਵਿਆਹ ਕਰਾ ਲਵੇ ਤੇ ਆਰਾਮ ਦੀ ਜ਼ਿੰਦਗੀ ਬਿਤਾਏ। ਨਾਲ ਹੀ ਉਹਨੇ ਸੁਭੱਦਰਾ ਨੂੰ ਇਹ ਵੀ ਡਰ ਪਾਇਆ ਕਿ ਮੁਮਤਾਜ਼ ਉਹਦੇ ਹੋਣ ਵਾਲੇ ਬੱਚੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪੇਟ 'ਚ ਹੀ ਮਰਵਾ ਛੱਡੇਗੀ, ਜਿਸ ਨਾਲ ਸੁਭੱਦਰਾ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਇਹਦੇ ਟਾਕਰੇ 'ਚ ਬਨਵਾਰੀ ਨੇ ਉਸ ਨਾਲ ਇਕਰਾਰ ਕੀਤਾ ਕਿ ਸੁਭੱਦਰਾ ਦੇ ਬੱਚੇ ਨੂੰ ਆਪਣਾ ਬੱਚਾ ਸਮਝ ਕੇ ਪਾਲੇ ਪਲੋਸੇਗਾ। ਉਸ ਤੋਂ ਬਾਅਦ ਮਹੀਨੇ ਦੇ ਅੰਦਰ ਅੰਦਰ ਹੀ ਸੁਭੱਦਰਾ ਦਾ ਉਸ ਨਾਲ ਇੰਨਾ ਗੂੜ ਹੋ ਗਿਆ ਕਿ ਬਨਵਾਰੀ ਤੋਂ ਬਿਨਾਂ ਇੱਕ ਪਲ ਬਿਤਾਉਣਾ ਵੀ ਉਸ ਲਈ ਮੁਸ਼ਕਿਲ ਸੀ ਤੇ ਬੜੀ ਬੇਸਬਰੀ ਨਾਲ ਉਸ ਸਮੇਂ ਦੀ ਉਡੀਕ ਕਰਨ ਲੱਗੀ ਜਦੋਂ ਇਸ ਕਬਾੜਖਾਨੇ 'ਚੋਂ ਨਿਕਲ ਕੇ ਬਨਵਾਰੀ ਨਾਲ ਦੰਪਤੀ ਜੀਵਨ ਦੀ ਡੋਰੀ 'ਚ ਬੱਝ ਜਾਏ। ਅਖੀਰ ਇੱਕ ਦਿਨ ਬਨਵਾਰੀ ਨੇ ਸੁਭੱਦਰਾ ਦੇ ਸਾਹਮਣੇ ਮੁਮਤਾਜ਼ ਨੂੰ 1000 ਰੁਪਏ ਦੀ ਰਕਮ ਚੁੱਕਦੀ ਕੀਤੀ। ਇਸ ਤੋਂ ਬਾਅਦ ਉਸੇ ਸ਼ਾਮ ਨੂੰ ਇਹ ਜੋੜੀ ਦਿੱਲੀੋਂ ਰਵਾਨਾ ਹੋ ਗਈ। ਸੁਭੱਦਰਾ ਦੇ ਦਿਲੋਂ ਇਸ ਮੁਕਤੀ ਦਾਤਾ ਲਈ ਬੇਓੜਕ ਅਸੀਸਾਂ ਨਿਕਲ ਰਹੀਆਂ ਸਨ। ਧੰਨਵਾਦ।